परम सत्कारयोग सतगुरां दी साजी निवाजी गुरु रूप प्यारी साध संगत जी। गुरु साहिब जी महाराज बख्शिश कर रहे हैं। सतगुरां दी किरपा नाल गुरबाणी नूं पढ़ना ते सुनना कीता है। कई कोटक जग फला सुन गावन हारे राम। पुरातन ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਅਸਮੇਤ ਜੱਗ ਕਰਦੇ ਹੁੰਦੇ ਸਨ। ਅਸ ਨਾਮ ਘੋੜਾ ਮੇਦ ਨਾ ਮਾਰਨਾ, ਘੋੜੇ ਨੂੰ ਮਾਰ ਕੇ ਤਮਾਮ ਸਾਰੀ ਪ੍ਰਜਾ ਨੂੰ ਭੋਜਨ ਪਾਣੀ ਛਕਾਉਣਾ ਅਸਮੇਤ ਜੱਗ ਉਸ ਨੂੰ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਬੋਲਾਂ ਨੂੰ ਸੁਣਨ ਦੇ ਯਤਨ ਕਰੋ, ਪੜ੍ਹਨ ਦੇ ਯਤਨ ਕਰੋ। ਤੁਹਾਡਾ ਗਾਇਆ ਹੋਇਆ, ਤੁਹਾਡਾ ਸੁਣਿਆ ਹੋਇਆ ਪਰਮੇਸ਼ਰ ਥਾਏ ਪਾਉਣਗੇ। ਔਰ ਇਹ ਇੱਕ ਜੱਗ ਦੀ ਗੱਲ ਨਹੀਂ। ਜੇ ਕੋਈ ਪੂਰਨ ਧਿਆਨ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਪਰਮੇਸ਼ਰ ਦੇ ਗੁਣਾਂ ਨੂੰ ਸੁਣ ਰਿਹਾ ਹੈ, ਤੇ ਕਈ ਕੋਟਿ ਜੱਗ ਫਲਾ, ਕਈ ਕਰੋੜਾਂ ਜੱਗਾਂ ਦਾ ਫਲ ਮਨੁੱਖਤਾ ਦੀ ਝੋਲੀ ਦੇ ਵਿੱਚ ਪੈ ਜਾਂਦਾ ਹੈ। ਗਾਉਣ ਲੱਗਿਆਂ, ਬੋਲਣ ਲੱਗਿਆਂ ਹਰ ਇੱਕ ਮਨੁੱਖ ਨੂੰ ਧਿਆਨ ਦੂਜੇ 'ਤੇ ਰੱਖਣਾ ਪੈਂਦਾ ਹੈ। ਸੁਣਨ ਲੱਗਿਆਂ ਧਿਆਨ ਆਪਣੇ 'ਤੇ ਰੱਖਣਾ ਪੈਂਦਾ ਹੈ। ਮਨੁੱਖ ਦਾ ਆਪਣੀ ਮਰਿਆਦਾ ਹੈ ਕਿ ਜਦ ਵੀ ਇਹ ਪਰਮੇਸ਼ਰ ਦੇ ਗੁਣਾਂ ਨੂੰ ਸੁਣੇਗਾ ਤੇ ਇਹਦਾ ਧਿਆਨ ਆਪਣੇ ਆਪ 'ਤੇ ਹੋਵੇਗਾ। ਗਾਉਣ ਲੱਗਿਆਂ ਧਿਆਨ ਜਿਹੜਾ ਹੈ ਉਹ ਦੂਸਰੇ 'ਤੇ ਰੱਖਣਾ ਪੈਂਦਾ ਹੈ। ਮਨੁੱਖ ਗੁਰਬਾਣੀ ਪੜ੍ਹ ਰਿਹਾ ਹੈ, ਗੁਰਬਾਣੀ ਨੂੰ ਗਾ ਰਿਹਾ ਹੈ, ਅਤੇ ਉਸ ਦਾ ਧਿਆਨ ਦੂਸਰਿਆਂ 'ਤੇ ਰੱਖਣਾ ਪੈਂਦਾ ਹੈ। ਸੁਣਨ ਲੱਗਿਆਂ ਮਨੁੱਖ ਨੂੰ ਐਸਾ ਨਹੀਂ ਕਰਨਾ ਪੈਂਦਾ। ਸੁਣਨ ਲੱਗਿਆਂ ਮਨੁੱਖ ਨੂੰ ਧਿਆਨ ਆਪਣੇ ਆਪ 'ਤੇ ਤੋਂ ਜਿਹੜਾ ਮਨੁੱਖ ਸੁਣ ਰਿਹਾ ਹੈ, ਗਾਉਣ ਵਾਲੇ ਨਾਲੋਂ ਇਹ ਵੱਡੇ ਕਰਮਾਂ ਵਾਲਾ ਹੈ, ਵੱਡੇ ਭਾਗਾਂ ਵਾਲਾ ਇਹੀ ਮਨੁੱਖ ਹੈ। ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ। ਸੁਣਨ ਲੱਗਿਆਂ ਮਨੁੱਖ ਨੂੰ ਰੱਤੀ ਭਰ ਵੀ ਹੰਕਾਰ ਨਹੀਂ ਆਵੇਗਾ। ਗਾਉਣ ਲੱਗਿਆਂ ਜਿਹੜੇ ਮਨੁੱਖ ਦੇ ਕੋਲ ਕੋਈ ਨਾ ਕੋਈ ਗੁਣ ਹੈ, ਅਤੇ ਗੁਣਾਂ ਦੇ ਸਹਾਰੇ ਜਿਹੜਾ ਹੈ ਇਹ ਹੰਕਾਰ ਆਪਣੀ ਯਾਤਰਾ ਕਰਦਾ ਹੈ। ਸੰਗਤ ਵਿੱਚ ਬੈਠਾ ਹੋਇਆ ਮਨੁੱਖ ਸੁਣ ਰਿਹਾ ਹੈ ਤਾਂ ਉਹਨੂੰ ਬਹੁਤਾ ਹੰਕਾਰ ਨਹੀਂ ਪਾਉਂਦਾ ਕਿ ਮੈਂ ਸੁਣ ਰਿਹਾ ਹੈ। ਗਾਉਣ ਵਾਲੇ ਦੇ ਵਿੱਚ ਗੁਣ ਹੈ, ਉਹ ਗੁਣਾਂ ਦੇ ਸਿਰ 'ਤੇ ਹੀ ਪ੍ਰਬਲ ਹੰਕਾਰੀ ਵੀ ਬਣ ਜਾਂਦਾ ਹੈ। ਠੀਕ ਹੈ, ਕਿਸੇ ਮਨੁੱਖ ਦੇ ਘਰ ਦੇ ਵਿੱਚ ਦੀਵਾ ਜਲਿਆ, ਚਾਨਣ ਹੋ ਗਿਆ, ਠੀਕ ਹੈ, ਪਰ ਇਹ ਚਾਨਣ ਮਨੁੱਖ ਦਾ ਆਪਣਾ ਨਹੀਂ ਹੈ। ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ, ਸਾਰੇ ਸਮਾਜ ਦੇ ਵਿੱਚ ਸੂਰਜ ਚਾਨਣਾ ਕਰਦਾ ਹੈ,
ਪਰ ਇਹ ਚਾਨਣੇ ਦੇ ਅੰਦਰ ਮਨੁੱਖ ਸਾਰੇ ਆਪਣੇ ਕਾਰ ਵਿਹਾਰ ਕਰਦਾ ਹੈ, ਪਰ ਇਹ ਚਾਨਣਾ ਮਨੁੱਖ ਦਾ ਆਪਣਾ ਨਹੀਂ ਹੈ, ਇਹ ਸੂਰਜ ਦਾ ਹੈ। ਜਿਹੜੇ ਮਨੁੱਖ ਦੇ ਅੰਦਰ ਕੋਈ ਨਾ ਕੋਈ ਗੁਣ ਹੈ, ਉਹ ਗੁਣ ਮਨੁੱਖ ਦੇ ਆਪਣੇ ਨਹੀਂ ਹੈ, ਉਹ ਤੇ ਗੁਣ ਪਰਮੇਸ਼ਰ ਦੇ ਹਨ। ਗੁਣ ਪਰਮੇਸ਼ਰ ਨੇ ਬਖਸ਼ਿਆ ਹੈ, ਪਰ ਇਹ ਮਨੁੱਖ ਉਹਨਾਂ ਗੁਣਾਂ ਦੇ ਸਹਾਰੇ ਹੀ ਹੰਕਾਰ ਕਰਦਾ ਹੈ। ਤੋ ਗੁਣਾਂ ਦੇ ਸਹਾਰੇ ਜਿਹੜੇ ਹੰਕਾਰ ਕਰਦੇ ਨੇ, ਕਿਉਂਕਿ ਇਹ ਹੰਕਾਰ ਹੈ ਜਿਹੜਾ, ਇਹ ਗੁਣ ਵਾਲੇ ਮਨੁੱਖ ਨੂੰ ਹੀ ਭਾਵੇਗਾ, ਦੂਜੇ ਨੂੰ ਨਹੀਂ ਪਾਉਂਦਾ, ਦੂਸਰੇ ਨੂੰ ਹੰਕਾਰ ਨਹੀਂ ਆਵੇਗਾ। ਪੁਰਾਤਨ ਸਮਿਆਂ ਦੇ ਵਿੱਚ ਬਹੁਤੀ ਦੁਨੀਆ ਪੜ੍ਹੇ ਲਿਖਿਆਂ ਦੀ ਨਹੀਂ ਸੀ, ਤਾਂ ਪੁਰਾਤਨ ਸਮੇਂ ਦੇ ਵਿੱਚ ਬਹੁਤੇ ਵੱਡੇ ਹੰਕਾਰੀ ਮਨੁੱਖ ਸਮਾਜ ਦੇ ਵਿੱਚ ਨਹੀਂ ਸੀ। ਅਜੋਕੇ ਸਮੇਂ ਦੇ ਵਿੱਚ ਦੁਨੀਆ ਬਹੁਤ ਪੜ੍ਹ ਲਿਖ ਗਈ ਹੈ, ਬੜੇ ਵੱਡੇ ਸਿਆਣਪਾਂ ਰੱਖਣ ਵਾਲੇ ਸਮਾਜ ਵਿੱਚ ਪੈਦਾ ਹੋਏ ਨੇ। ਜਿੰਨੇ ਸਿਆਣੇ ਮਨੁੱਖ ਪੈਦਾ ਹੋਏ ਨੇ, ਜਿੰਨੇ ਜ਼ਿਆਦਾ ਲੋਕ ਪੜ੍ਹ ਲਿਖ ਗਏ, ਓਨਾ ਹੀ ਹੰਕਾਰ ਵੱਧ ਗਿਆ ਸਮਾਜ ਵਿੱਚ। ਕਿਉਂਕਿ ਹੰਕਾਰ ਆਪਣੀ ਯਾਤਰਾ ਕਰਦਾ ਹੈ ਗੁਣਾਂ ਦੇ ਸਹਾਰੇ। ਕਿਸੇ ਦੇ ਵਿੱਚ ਗੁਣ ਹੈ, ਉਹ ਪਰਮਾਤਮਾ ਦੇ ਨਾਮ ਨੂੰ ਸੁਣਾ ਰਿਹਾ ਹੈ, ਤਾਂ ਇਹ ਗੁਣ ਕੇਵਲ ਤੇ ਕੇਵਲ ਪਰਮਾਤਮਾ ਦਾ ਹੈ, ਮਨੁੱਖ ਦਾ ਆਪਣਾ ਨਹੀਂ ਹੈ। ਕਿਸੇ ਦੇ ਵਿੱਚ ਹੰਕਾਰ ਹੈ, ਬਹੁਤਾ ਸਮਾਜ ਦੇ ਵਿੱਚ ਪੜ੍ਹ ਲਿਖ ਗਿਆ ਹੈ, ਸਾਰੀ ਜ਼ਿੰਦਗੀ ਹੰਕਾਰ। ਗੁਣਾਂ ਦੇ ਸਹਾਰੇ ਹੰਕਾਰ ਨਾਲ ਵੱਧਦਾ ਹੈ। ਮਨੁੱਖ ਦਾ ਇਹ ਭੁਲੇਖਾ ਹੈ ਕਿ ਮੈਂ ਬਹੁਤ ਪੜ੍ਹ ਲਿਖ ਗਿਆ, ਮੇਰੀ ਉਮਰ ਵੱਡੀ ਹੁੰਦੀ ਤੁਰੀ ਜਾਂਦੀ ਹੈ, ਦਿਨੋਂ ਦਿਨ ਮੈਂ ਸਿਆਣਾ ਹੁੰਦਾ ਤੁਰਿਆ ਜਾ ਰਿਹਾ। ਜਿਵੇਂ ਜਿਵੇਂ ਇਹ ਪੜ੍ਹਿਆ ਜ਼ਿਆਦਾ ਹੈ, ਜਿਵੇਂ ਜਿਵੇਂ ਇਹ ਸਿਆਣਾ ਜ਼ਿਆਦਾ ਹੁੰਦਾ ਤੁਰਿਆ ਜਾ ਰਿਹਾ, ਜਿਵੇਂ ਜਿਵੇਂ ਇਸ ਦੀ ਉਮਰ ਵੱਧਦੀ ਜਾ ਰਹੀ ਹੈ, ਉਵੇਂ ਉਵੇਂ ਹੰਕਾਰ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ। ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਇੰਨੇ ਮਨੁੱਖ ਹੰਕਾਰੀ ਨਹੀਂ ਸਨ ਜਿੰਨੇ ਅੱਜ ਨੇ। ਅੱਜ ਤੋਂ 100 ਸਾਲ ਪਹਿਲਾਂ ਐਡੇ ਵੱਡੇ ਜੇਲ੍ਹ ਖਾਨੇ ਨਹੀਂ ਸਨ ਜਿੰਨੇ ਵੱਡੇ ਅੱਜ ਬਣਾਉਣੇ ਪਏ ਨੇ। ਅੱਜ ਤੋਂ 100 ਸਾਲ ਪਹਿਲਾਂ ਇੰਨੇ ਵੱਡੇ ਹਥਿਆਰਾਂ ਦੀ ਲੋੜ ਨਹੀਂ ਪਈ ਸੀ ਜਿੱਡੇ ਹਥਿਆਰ ਕਾਨੂੰਨ ਨੂੰ, ਸਮਾਜ ਨੂੰ ਅੱਜ ਬਣਾਉਣੇ ਪੈ ਰਹੇ ਨੇ। ਅੱਜ ਤੋਂ 100 ਸਾਲ ਪਹਿਲਾਂ ਘਰ ਨੂੰ 4 ਦੀਵਾਰੀ ਕਰਨ ਦੀ ਲੋੜ ਨਹੀਂ ਸੀ ਜਿੱਡੀ 4 ਦੀਵਾਰੀ, ਜਿੱਡੇ ਥੰਮ ਅੱਜ ਲਾਉਣੇ ਪੈ ਰਹੇ ਨੇ। ਅੱਜ ਤੋਂ 100 ਸਾਲ ਪਹਿਲਾਂ ਸਮਾਜ ਦੇ ਵਿੱਚ ਕੋਈ ਲੜਾਈ ਝਗੜੇ ਨਹੀਂ ਸੀ ਜਿੰਨੇ ਅੱਜ ਨੇ। ਅੱਜ ਤੇ ਪਰਿਵਾਰ ਦੇ ਵਿੱਚ 5-7 ਮੈਂਬਰ ਨੇ, ਆਪਸ ਵਿੱਚ ਹੀ ਝਗੜਦੇ ਨੇ। ਤੋ ਵਧਿਆ ਕੀ ਹੈ, ਜਿੱਥੇ ਜਿੱਥੇ ਮਨੁੱਖ ਦੇ ਕੋਲੇ ਗੁਣ ਵਧੇ ਨੇ, ਇਹਨਾਂ ਗੁਣਾਂ ਦੇ ਸਹਾਰੇ ਹੰਕਾਰ ਵੀ ਨਾਲ ਦੀ ਨਾਲ ਵਧਿਆ ਹੈ। ਕਿਸੇ ਨੂੰ ਆਪਣੇ ਗੁਣਾਂ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਪ੍ਰਭਤਾ ਦਾ ਹੰਕਾਰ ਹੈ, ਕਿਸੇ ਨੂੰ ਆਪਣੇ ਧਨ ਦਾ ਹੰਕਾਰ ਹੈ, ਕਿਸੇ ਨੂੰ ਆਪਣੇ ਜੋਬਨ ਦਾ, ਜਵਾਨੀ ਦਾ ਹੰਕਾਰ ਹੈ, ਕਿਸੇ ਨੂੰ ਇਸ ਸਮਾਜ ਦੇ ਵਿੱਚ ਆਪਣੀ ਬਹੁਤੀਆਂ ਵੱਡੀਆਂ ਡਿਗਰੀਆਂ ਦਾ ਹੰਕਾਰ ਹੈ। ਜਿਵੇਂ ਜਿਵੇਂ ਮਨੁੱਖ ਦੇ ਕੋਲ ਗੁਣ ਵਧੇ ਨੇ, ਹੰਕਾਰ ਬਰਾਬਰ ਹੀ ਵਧਿਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਘਰ ਐਲਾਨੀਆਂ ਕਹਿ ਰਿਹਾ ਹੈ ਕਿ ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਹਰ ਜੀਓ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਇਹ ਹੰਕਾਰ ਨਹੀਂ ਪਾਉਂਦਾ।
ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਇਹ ਸਭ ਕੁਝ ਲਿਖਿਆ ਕਿ ਨਹੀਂ ਪਾਵੇਗਾ। ਹੰਕਾਰ ਇਹ ਤੇ ਇੰਝ ਹੈ ਜਿਵੇਂ ਅਸੀਂ ਘਰ ਦੇ ਵਿੱਚ ਦੀਵਾ ਬਾਲਿਆ, ਘਰ ਵਿੱਚ ਚਾਨਣਾ ਹੋਵੇ, ਪਰ ਹੋਇਆ ਕਿ ਜਿਹੜਾ ਦੀਵਾ ਜਲਾਇਆ ਸੀ ਉਸੇ ਦੀਵੇ ਦੇ ਨਾਲ, ਉਸੇ ਦੀਪਕ ਦੇ ਨਾਲ ਘਰ ਨੂੰ ਅੱਗ ਲਾ ਲਈ, ਘਰ ਸੁਆਹ ਬਣ ਗਿਆ। ਇਹ ਤੇ ਇੰਝ ਹੈ। ਇਹ ਨਹੀਂ ਹੈ ਕਿ ਕਿਸੇ ਮਨੁੱਖ ਦੇ ਕੋਲ ਗੁਣ ਨਹੀਂ ਹੈ, ਹੈਗੇ ਨੇ, ਪਰ ਗੁਣ ਸਾਰੇ ਦੇ ਸਾਰੇ ਪਰਮੇਸ਼ਰ ਦੇ ਨੇ। ਹੰਕਾਰ ਮਨੁੱਖ ਕਰਦਾ ਹੈ। ਤਾਂ ਦੀਪਕ ਦੇ ਨਾਲ ਬਹੁਤੇ ਘਰ ਜਲੇ ਹੋਏ ਨੇ, ਔਰ ਬਿਨਾਂ ਦੀਪਕ ਤੋਂ ਘਰ ਅਗਨ ਭੇਟ ਨਹੀਂ ਹੁੰਦਾ। ਤਾਂ ਬਹੁਤੇ ਜੀਵਨ ਸੀ ਜਿਹੜੇ, ਇਹਨਾਂ ਦੇ ਅੰਦਰ ਵਿੱਦਿਆ ਦਾ ਬੜਾ ਚਾਨਣਾ ਹੋਇਆ, ਵਿੱਦਿਆ ਦਾ ਬੜਾ ਪਸਾਰਾ ਹੋਇਆ, ਪਰ ਉਸੇ ਵਿੱਦਿਆ ਨੇ, ਉਸੇ ਵਿੱਦਿਆ ਦੇ ਪਸਾਰੇ ਨੇ ਇਸ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਸਿਆਣਾ ਮਨੁੱਖ ਕਹਿ ਸਕਦਾ ਹੈ, ਗੁਣ ਵਾਲਾ, ਕਿ ਮੈਂ ਕੋਈ ਛੋਟਾ ਮੋਟਾ ਸਿਆਣਾ ਨਹੀਂ ਹੈ, ਬਹੁਤ ਵੱਡਾ ਸਿਆਣਾ। ਮੂਰਖ ਬੰਦਾ ਕੀ ਕਹੇਗਾ ਕਿ ਮੈਂ ਕੋਈ ਛੋਟਾ ਮੂਰਖ ਨਹੀਂ ਹੈ, ਬਹੁਤ ਵੱਡਾ ਮੂਰਖ ਹਾਂ, ਕਤਈ ਨਹੀਂ ਕਹੇਗਾ। ਇੱਕ ਪੜ੍ਹਿਆ ਲਿਖਿਆ ਮਨੁੱਖ ਕਹਿ ਸਕਦਾ ਹੈ ਕਿ ਮੈਂ ਕੋਈ ਛੋਟਾ ਮੋਟਾ ਪੜ੍ਹਿਆ ਨਹੀਂ ਹੈ, ਬਹੁਤ ਵੱਡੀਆਂ ਡਿਗਰੀਆਂ ਨੇ ਮੇਰੇ ਕੋਲ। ਅਨਪੜ੍ਹ ਮਨੁੱਖ ਨਹੀਂ ਕਹਿ ਸਕਦਾ ਕਿ ਮੈਂ ਥੋੜ੍ਹਾ ਮੋਟਾ ਅਨਪੜ੍ਹ ਨਹੀਂ ਹਾਂ, ਬਹੁਤ ਵੱਡਾ, ਬਹੁਤ ਅਨਪੜ੍ਹ ਮਨੁੱਖ ਹਾਂ ਮੈਂ। ਹੰਕਾਰ ਗੁਣਾਂ ਦੇ ਸਹਾਰੇ ਆਪਣੀ ਸਵਾਰੀ ਕਰਦਾ ਹੈ, ਔਰ ਇਸ ਨੇ ਮਨੁੱਖ ਦੇ ਕੋਲ ਗੁਣ ਹੈਗੇ ਨੇ, ਵੱਖੋ ਵੱਖਰੇ ਗੁਣ ਨੇ। ਕਿਸੇ ਦੇ ਵਿੱਚ ਪੁੰਨ ਕਰਨ ਦਾ ਗੁਣ ਹੈ, ਕਿਸੇ ਦੇ ਵਿੱਚ ਦਾਨ ਕਰਨ ਦਾ ਹੈ। ਕੋਈ ਬਹੁਤਾ ਪੜ੍ਹਿਆ ਲਿਖਿਆ ਹੈ, ਕਿਸੇ ਦੇ ਵਿੱਚ ਕਥਾ ਕਰਨ ਦਾ ਗੁਣ ਹੈ, ਕਿਸੇ ਦੇ ਵਿੱਚ ਕਥਾ ਸੁਣਨ ਦਾ ਗੁਣ ਹੈ। ਇਹ ਗੁਣ ਸਾਰਿਆਂ ਦੇ ਵਿੱਚ ਮੌਜੂਦ ਨੇ ਸਮਾਜ ਦੇ ਵਿੱਚ। ਨਾਲ ਨਾਲ ਮਨੁੱਖ ਨੇ ਇਹ ਸੋਚਿਆ ਹੀ ਨਹੀਂ ਹੈ ਕਿ ਮੇਰਾ ਨਾਲ ਦੀ ਨਾਲ ਹੰਕਾਰ ਵੀ ਵੱਧਦਾ ਆ ਰਿਹਾ ਹੈ। ਗੁਰਬਾਣੀ ਮਨੁੱਖ ਨੂੰ ਗਲਤ ਕਦਮ ਚੁੱਕਣ ਤੋਂ ਪਹਿਲਾਂ ਰੋਕ ਲੈਂਦੀ ਹੈ। ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ, ਗੁਰਬਾਣੀ ਨੂੰ ਸੁਣਨਾ ਚਾਹੀਦਾ। ਠੀਕ ਹੈ, ਇਹ ਕੰਮ ਸਾਨੂੰ ਕਰਨਾ ਚਾਹੀਦਾ 2 ਟਾਈਮ, ਬਹੁਤਾ ਨਹੀਂ ਤੇ 2 ਟਾਈਮ ਤੇ ਜ਼ਰੂਰੀ ਹੈ। ਕਿਉਂਕਿ ਜ਼ਿੰਦਗੀ ਦੇ ਵਿੱਚ ਮਨੁੱਖ ਜਦ ਵੀ ਕਦਮ ਪੁੱਟਦਾ ਹੈ, ਇਹ ਹਮੇਸ਼ਾ ਅਗਾਹਾਂ ਨੂੰ ਜਾਣਾ ਚਾਹੁੰਦਾ ਹੈ, ਬਹੁਤ ਉੱਚਾ ਜਾਣਾ ਚਾਹੁੰਦਾ ਹੈ, ਬਹੁਤ ਉੱਚਾ ਜਾਣਾ ਚਾਹੁੰਦਾ ਹੈ। ਬਹੁਤੀ ਉਚਾਈ 'ਤੇ ਜਾਣ ਦਾ ਮਨੁੱਖ ਇੱਛਕ ਹੈ ਕਿ ਮੈਂ ਬਹੁਤਾ ਉੱਚਾ ਜਾਵਾਂ। ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਘਰ ਕਹਿੰਦਾ ਕਿ ਆਪਣੀਆਂ ਜੜ੍ਹਾਂ ਤੂੰ ਨਾਲ ਦੀ ਨਾਲ ਡੂੰਘੀਆਂ ਕਰ ਲਈ, ਬਹੁਤਾ ਉੱਚਾ ਜਾ ਕੇ ਕਿਤੇ ਡਿੱਗ ਨਾ ਪਵੀਂ। ਇੱਥੇ ਹੀ ਰੋਕ ਲੈਂਦੇ ਨੇ ਸਤਿਗੁਰੂ ਜੀ ਕਿ ਜਿੱਥੇ ਤੇਰਾ ਬਹੁਤਾ ਉੱਚਾ ਜਾਣ ਦਾ ਭੁਲੇਖਾ ਹੈ ਕਿ ਮੈਂ ਬਹੁਤਾ ਉੱਚਾ ਜਾਵਾਂ, ਆਪਣੀਆਂ ਜੜ੍ਹਾਂ ਡੂੰਘੀਆਂ ਕਰ ਲਈ। ਬਹੁਤਾ ਉੱਚਾ ਜਾਵੇਂਗਾ, ਜੜ੍ਹਾਂ ਡੂੰਘੀਆਂ ਨਹੀਂ ਹੈ, ਛੋਟੇ ਜਿਹੇ ਪਾਉਣ ਦੇ ਬੁੱਲੇ ਦੇ ਨਾਲ ਡਿੱਗ ਪਵੇਂਗਾ। ਤਾਂ ਬਹੁਤੀਆਂ ਜ਼ਿੰਦਗੀਆਂ ਡਿੱਗ ਪੈਂਦੀਆਂ ਨੇ। ਅਕਸਰ ਮਨੁੱਖ ਦੀ ਬਹੁਤੀਆਂ ਜ਼ਿੰਦਗੀਆਂ ਡਿੱਗਦੀਆਂ ਨੇ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜਿਹੜਾ ਅਸੀਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਹਾਂ, ਕਦਮ ਚੁੱਕਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਸਮਝਾ ਦਿੰਦੇ ਨੇ ਕਿ ਕਦਮ ਚੁੱਕਣਾ ਕਿਵੇਂ ਹੈ। ਅਗਰ ਭਾਈ ਜੀ ਜ਼ਿੰਦਗੀ ਦੇ ਵਿੱਚ ਇੱਕ ਕਦਮ ਵੀ ਗਲਤ ਚੁੱਕ ਲਿਆ, ਇੱਕ ਕਦਮ ਤੇਰੀ ਸਾਰੀ ਦੀ ਸਾਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਇੱਕ ਕਦਮ ਕੀ ਹੈ? ਬਹੁਤਾ ਹੰਕਾਰ ਤੇਰੇ ਅੰਦਰ ਵੱਧ ਗਿਆ,
ਇਹ ਤੇਰੇ ਸਾਰੇ ਗੁਣਾਂ ਨੂੰ ਨਾਸ ਕਰਕੇ ਰੱਖ ਦੇਵੇਗਾ। ਬਹੁਤਾ ਕ੍ਰੋਧ ਤੇਰੇ ਅੰਦਰ ਵੱਧ ਗਿਆ, ਇਹ ਸਾਰੇ ਦੇ ਸਾਰੇ ਗੁਣਾਂ ਨੂੰ ਨਾਸ ਕਰਕੇ ਰੱਖ ਦੇਵੇਗਾ। ਕ੍ਰੋਧੀ ਮਨੁੱਖ, ਅਹੰਕਾਰੀ ਮਨੁੱਖ, ਇਹ ਸਾਰੇ ਦੇ ਸਾਰੇ ਗੁਣ ਨੇ ਜਿਹੜੇ ਉਸਦੇ, ਉਹਨਾਂ ਨੂੰ ਨਾਸ ਕਰ ਦਿੰਦਾ ਹੈ ਕ੍ਰੋਧ ਵੀ। ਜਿਸ ਮਨੁੱਖ ਦੇ ਕੋਲ ਕ੍ਰੋਧ ਹੈ, ਸਾਰੀ ਦੁਨੀਆ ਦੇ ਵਿੱਚ ਉਹਨੂੰ ਕਿਸੇ ਵੀ ਦੁਸ਼ਮਣ ਦੀ ਲੋੜ ਨਹੀਂ ਪੈਂਦੀ, ਦੁਸ਼ਮਣ ਉਹਦੇ ਅੰਦਰ ਹੀ ਬੈਠਾ ਹੈ। ਜਿਨ੍ਹਾਂ ਦੇ ਕੋਲ ਕ੍ਰੋਧ ਹੈ, ਜ਼ਿੰਦਗੀ ਬਹੁਤੀ ਮਨੁੱਖ ਜ਼ਿੰਦਗੀ ਤੋਂ ਤੰਗ ਹੈ ਤਾਂ ਇਹਨੂੰ ਜ਼ਹਿਰ ਪੀਣ ਦੀ ਲੋੜ ਨਹੀਂ ਪੈਂਦੀ, ਇਹ ਮਨੁੱਖ ਤੜਫਦਾ ਹੀ ਰਹਿੰਦਾ ਹੈ ਅੰਦਰੋਂ। ਕ੍ਰੋਧ ਮਨੁੱਖ ਨੂੰ ਇਤਨਾ ਤੜਫਾਉਂਦਾ ਹੈ, ਜ਼ਹਿਰ ਖਾ ਕੇ ਮਨੁੱਖ 5, 10, 20 ਮਿੰਟਾਂ ਵਾਸਤੇ ਤੜਫ ਕੇ ਮਰ ਜਾਂਦਾ ਹੈ। ਜਿਨ੍ਹਾਂ ਦੇ ਅੰਦਰ ਕ੍ਰੋਧ ਹੈ, ਸਾਰੀ ਦੀ ਸਾਰੀ ਜ਼ਿੰਦਗੀ ਤੜਫਦੇ ਰਹਿੰਦੇ ਨੇ, ਸਾਰੀ ਜ਼ਿੰਦਗੀ ਤੜਫਦੇ ਰਹਿੰਦੇ ਨੇ। ਇੱਕ ਐਸਾ ਜ਼ਹਿਰ ਹੈ ਕ੍ਰੋਧ। ਜਿਨ੍ਹਾਂ ਮਨੁੱਖ ਦੇ ਕੋਲ ਕ੍ਰੋਧ ਹੈ, ਇਹਨਾਂ ਨੂੰ ਸਮਾਜ ਦੇ ਵਿੱਚ ਕੋਈ ਵੀ ਦੁਸ਼ਮਣ ਪੈਦਾ ਕਰਨ ਦੀ ਲੋੜ ਨਹੀਂ ਪੈਂਦੀ। ਗੁਰੂ ਨਾਨਕ ਦੀ ਗੁਰਬਾਣੀ ਐਲਾਨੀਆਂ ਕਹਿੰਦੀ ਹੈ ਕਿ ਸਮਾਜ ਦੇ ਵਿੱਚ ਤੇਰੇ ਸਭ ਤੋਂ ਵੱਡੇ ਦੁਸ਼ਮਣ ਨੇ। ਲਾਗੂ ਹੋਏ ਦੁਸ਼ਮਣਾ ਸਾਗਤ ਭੇ ਭਜ ਖਲੇ, ਸਭ ਤੋਂ ਵੱਡੇ ਦੁਸ਼ਮਣ ਨੇ ਤੇਰੇ ਗੁਨਾਹ। ਜਦ ਭਗਵਾਨ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੇਰੀ ਆਤਮਾ ਦਾ ਲੇਖਾ ਜੋਖਾ ਹੋਣਾ ਨਾ, ਉਸ ਵਕਤ ਇਹ ਗੁਨਾਹ ਤੇਰੇ ਬਰਾਬਰ ਖੜ ਖੜ ਕੇ ਗਵਾਹੀ ਦਿੰਦੇ ਨੇ, ਬਰਾਬਰ ਖੜ ਕੇ ਗਵਾਹੀ ਦਿੰਦੇ ਨੇ, ਇੱਕ ਦੁਸ਼ਮਣ ਦਾ ਰੂਪ ਧਾਰਨ ਕਰਕੇ ਕਿ ਹਾਂ ਇਹ ਪਰਮੇਸ਼ਰ ਇਸ ਆਤਮਾ ਨੇ ਜ਼ਿੰਦਗੀ ਰਹਿੰਦਿਆਂ ਹੋਇਆਂ ਇਤਨੇ ਵੱਡੇ ਵੱਡੇ ਗੁਨਾਹ ਕੀਤੇ ਨੇ। ਤਾਂ ਹੀ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਵਣਜ ਕਰਹੋ ਵਣਜਾਰਿਹੋ ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭ ਹੈ ਨਾਲ। ਸੱਜਣਾ, ਤੂੰ ਵਣਜਾਰਾ ਬਣ ਕੇ ਪਰਮੇਸ਼ਰ ਦੇ ਨਾਮ ਦਾ ਵਣਜ ਵਪਾਰ ਕਰੀ ਸਮਾਜ ਦੇ ਵਿੱਚੋਂ, ਜਿਹੜਾ ਤੇਰੇ ਸਦਾ ਸਾਥ ਨਾਲ ਨਿਭੇ, ਸਦਾ ਵਾਸਤੇ ਤੇਰੇ ਨਾਲ ਨਿਭੇ। ਜੇ ਬਹੁਤੇ ਗੁਨਾਹ ਕੀਤੇ ਤੇ ਕੀਤੇ ਹੋਏ ਗੁਨਾਹ ਜਦ ਤੇਰਾ ਲੇਖਾ ਜੋਖਾ ਹੋਣਾ ਹੈ, ਇਹ ਦੁਸ਼ਮਣ ਦਾ ਰੂਪ ਧਾਰਨ ਕਰਕੇ ਬਰਾਬਰ ਖੜੇ ਹੋਣਗੇ ਤੇਰੇ। ਇਤਨੇ ਗੁਨਾਹ ਕੀਤੇ ਨੇ, ਤੇ ਜੇ ਬਹੁਤੇ ਗੁਨਾਹਾਂ ਦੀ ਵੱਡੀ ਤਾਦਾਦ ਹੋਈ, ਗੁਣ ਕੋਈ ਨਾ ਹੋਇਆ, ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਫਿਰ ਉਸ ਭਗਵਾਨ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੈਨੂੰ ਸਜ਼ਾਵਾਂ ਮਿਲਣੀਆਂ ਨੇ। ਸਜ਼ਾ ਮਿਲਣੀ ਹੈ ਆਤਮਾ ਨੂੰ, ਕਿਉਂਕਿ ਸਰੀਰ ਦੇ ਕਿਸੇ ਵੀ ਜਗ੍ਹਾ ਤੇ ਚੋਟ ਲੱਗੇ, ਉਹਨੂੰ ਦੱਸਦਾ ਕੌਣ ਹੈ ਕਿ ਸਰੀਰ ਦਾ ਫਲਾਨਾ ਹਿੱਸਾ ਦੁਖ ਰਿਹਾ ਹੈ। ਕਿਉਂਕਿ ਮਨੁੱਖ ਦੇ ਆਪਣੀਆਂ ਹੀ ਗੱਲਾਂ ਨੇ ਕਿ ਜਦ ਸਰੀਰ ਹੀ ਨਾ ਰਿਹਾ ਤੇ ਸਜ਼ਾ ਕਿਸ ਗੱਲ ਦੀ ਮਿਲੇਗੀ? ਸਜ਼ਾ ਕਿਸ ਗੱਲ ਦੀ ਮਿਲੇਗੀ? ਸਜ਼ਾਵਾਂ ਮਿਲਦੀਆਂ ਨੇ ਹਰ ਇੱਕ ਦੇ ਅੰਦਰ। ਆਤਮਾ ਜਿਹੜੀ ਹੈ ਔਰ ਮਨੁੱਖ ਦੇ ਅੰਦਰ ਜਿੰਨੀਆਂ ਗੁਪਤ ਰੂਪ ਦੇ ਵਿੱਚ ਸ਼ਕਤੀਆਂ ਨੇ, ਜਿਸ ਨੂੰ ਸੁਰਤ, ਮਤ, ਮਨ ਅਤੇ ਬੁੱਧ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕਿਹਾ, ਇਹ ਸਭ ਦੀਆਂ ਸਭ ਮਨੁੱਖ ਦੀਆਂ ਜਿਉਂਦੀਆਂ ਜਾਗਦੀਆਂ ਰਹਿੰਦੀਆਂ ਨੇ। ਮਨੁੱਖ ਬਚਪਨੇ ਤੋਂ ਜਵਾਨੀ 'ਚ ਚਲਿਆ ਜਾਂਦਾ ਹੈ, ਜਵਾਨੀ ਤੋਂ ਬੁਢੇਪੇ ਵਿੱਚ ਚਲਿਆ ਜਾਂਦਾ ਹੈ, ਪਰ ਮਨੁੱਖ ਦੀਆਂ ਆਸਾ, ਤ੍ਰਿਸ਼ਨਾ, ਵਾਸ਼ਨਾਵਾਂ ਇਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ। ਤੋ ਜਿਸ ਤਰ੍ਹਾਂ ਇਹ ਬੁੱਢੀਆਂ ਨਹੀਂ ਹੁੰਦੀਆਂ, ਉਸੇ ਤਰ੍ਹਾਂ ਹੀ ਮਨੁੱਖ ਦੇ ਸਰੀਰ ਤੋਂ ਜਾਣ ਤੋਂ ਬਾਅਦ ਵੀ ਇਹ ਮਨੁੱਖ ਦੇ ਨਾਲ ਰਹਿੰਦੀਆਂ ਨੇ। ਤੋ ਅਗਾਹਾਂ ਵਾਲਾ ਜਨਮ ਵੀ ਇਹਨਾਂ ਦਾ ਐਸੇ ਤਰ੍ਹਾਂ ਹੀ ਇਹ ਕਰਵਾ ਦਿੰਦੀਆਂ ਨੇ, ਅਗਾਹਾਂ ਵਾਲਾ ਜਨਮ।
ਤੋ ਅਗਾਹਾਂ ਵਾਲਾ ਜਨਮ ਜਿਹੋ ਜਿਹਾ ਮਨੁੱਖ ਦੀ ਆਸਾ ਤ੍ਰਿਸ਼ਨਾ ਲੈ ਕੇ ਮਰਦਾ ਹੈ, ਅਗਾਹਾਂ ਵਾਲੇ ਜੈਸੇ ਉਹਨੂੰ ਮਾਂ ਬਾਪ ਮਿਲ ਜਾਂਦੇ ਨੇ ਤੇ ਉਹਨਾਂ ਦੇ ਘਰੇ ਜਨਮ ਹੋ ਜਾਂਦਾ ਹੈ। ਔਰ ਐਸਾ ਜਨਮ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਨਮ ਦਾ ਇੱਕ ਬੱਚੇ ਨੇ ਜਨਮ ਲੈਤਾ ਹੈ, ਕੱਲੀ ਅੰਦਰ ਨਾਨਕਾ ਜਿਨ੍ਹਾਂ ਕਾ ਅਵਤਾਰ, ਪੁੱਤ ਜਨੌਰਾ ਧੀ ਜਨੌਰੀ ਜੋਰੂ ਜਿਨ੍ਹਾਂ ਦਾ ਸਿਕਰਾਰ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕੈ ਜਨਮ ਚੰਡਾਲ ਕੈ ਘਰ ਹੋਈ। ਇੱਕ ਚੰਗੇ ਦੇਵਤੇ ਜਨਮ ਦੇਣ ਵਾਸਤੇ, ਦੇਵਤੇ ਨੂੰ ਜਨਮ ਦੇਣ ਵਾਸਤੇ ਇੱਕ ਦੇਵਤੇ ਪਿਤਾ ਦੀ ਲੋੜ ਪੈਂਦੀ ਹੈ, ਇੱਕ ਦੇਵੀ ਮਾਂ ਦੀ ਲੋੜ ਪੈਂਦੀ ਹੈ। ਸਮਾਜ ਦੇ ਵਿੱਚ ਦੇਵਤਾ ਪਿਤਾ ਅਤੇ ਦੇਵੀ ਮਾਂ ਮਿਲਣੇ ਬਹੁਤ ਔਖੇ ਨੇ। ਇਸ ਕਰਕੇ ਭਗਵਾਨ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੇਵੀ ਦੇਵਤੇ ਇਸ ਦੇਹੀ ਨੂੰ ਤਰਸ ਰਹੇ ਨੇ। ਜਿਨ੍ਹਾਂ ਨੂੰ ਦੇਵੀ ਮਾਂ ਅਤੇ ਦੇਵਤੇ ਪਿਤਾ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਦੇਵੀ ਮਾਂ ਅਤੇ ਦੇਵਤਾ ਪਿਤਾ ਮਿਲਦਾ ਨਹੀਂ ਹੈ। ਸਮਾਜ ਦੇ ਵਿੱਚ ਭੂਤ ਪ੍ਰੇਤਾਂ ਦਾ ਜਨਮ ਹੋ ਰਿਹਾ, ਦੇਵੀ ਦੇਵਤਿਆਂ ਦਾ ਕਿਤੇ ਵੀ ਜਨਮ ਨਹੀਂ ਹੋ ਰਿਹਾ। ਇਹ ਤਾਂ ਜੈਸੇ ਮਾਂ ਬਾਪ ਤੇ ਵੈਸੇ ਹੀ ਉਹਨਾਂ ਦੇ ਘਰ ਜਨਮ ਲੈ ਲੈਂਦੇ ਨੇ ਪੁੱਤਰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਿਹੜੀ ਇਹ ਨਿਰੌਲ ਬ੍ਰਹਮ ਦੀ ਕਥਾ ਹੈ ਗੁਰਬਾਣੀ ਦੀ, ਇਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਦਮ ਕਦਮ 'ਤੇ ਮਨੁੱਖ ਨੂੰ ਸਮਝਾਉਂਦੇ ਨੇ। ਪਰ ਮਨੁੱਖ ਨੇ 2-4 ਗੱਲਾਂ ਆਪਣੇ ਪੱਲੇ ਬੰਨ੍ਹ ਲਈਆਂ ਨੇ ਸਾਰੀ ਜ਼ਿੰਦਗੀ ਵਾਸਤੇ। ਬਸ ਇਹੋ ਹੀ ਗੱਲਾਂ ਪੱਲੇ ਬੰਨ੍ਹੀਆਂ ਨੇ, ਰੱਬ ਦੇ ਕੋਲੇ ਜਾਓ, ਰੱਬ ਨੂੰ ਮੱਥਾ ਟੇਕੋ, ਰੱਬ ਤੋਂ ਮੰਗ ਲਓ ਜੋ ਕੁਛ ਆਪਣੇ ਘਰ ਦੇ ਵਿੱਚ ਨਹੀਂ ਆ ਉਹ ਮੰਗ ਲਓ। ਜੇ ਇੱਕ ਮੰਗ ਪੂਰੀ ਹੋ ਗਈ 10 ਮੰਗਾਂ ਹੋਰ ਜਨਮ ਲੈ ਲੈਂਦੀਆਂ ਨੇ, ਹੋਰ ਮੰਗਦੇ ਰਹੋ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਮੰਗਦਾ ਰਿਹਾ, ਤੈਨੂੰ ਮੰਗਤਾ ਬਣਾ ਕੇ ਥੋੜ੍ਹੋ ਸਮਾਜ ਦੇ ਵਿੱਚ ਭੇਜਿਆ ਸੀ ਕਿ ਸਾਰੀ ਜ਼ਿੰਦਗੀ ਮੰਗਦਾ ਹੀ ਰਵੇਂ। 2-4 ਗੱਲਾਂ ਮਨੁੱਖ ਨੇ ਮੁੱਖ ਰੱਖ ਲਈਆਂ ਨੇ। ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਸੁਣਨ ਦਾ ਯਤਨ ਨਹੀਂ ਕਰਦਾ। ਔਰ ਬਾਈ ਜੇ ਸੁਣ ਵੀ ਲਿਆ ਤੇ ਇਹ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ, ਆਪਣੇ ਜੀਵਨ ਦੇ ਅੰਦਰ ਉਸ ਨੂੰ ਧਾਰਨਾ ਨਹੀਂ ਕਰਦਾ। ਅਗਰ ਬਾਈ ਜੇ ਕਿਸੇ ਨੇ ਅਕਾਲ ਪੁਰਖ ਦੇ ਗੱਲ ਨੂੰ ਧਾਰਨ ਕਰ ਵੀ ਲਿਆ, ਉਹਦੀ ਇੱਕ ਪੱਕੀ ਨਿਸ਼ਾਨੀ ਹੈ ਕਿ ਸਮਾਜ ਉਸ ਮਨੁੱਖ ਨੂੰ ਠੁਕਰਾ ਦਿੰਦਾ ਹੈ, ਉਹਨੂੰ ਪ੍ਰਵਾਨ ਨਹੀਂ ਕਰਦਾ। ਕਬੀਰ ਸਾਹਿਬ ਜੀ ਮਹਾਰਾਜ ਨੂੰ ਠੁਕਰਾ ਦਿੱਤਾ ਸੀ ਸਮਾਜ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੀ ਮਾਤਾ ਖੁਦ ਕਹਿੰਦੀ ਸੀ, ਇਹ ਕੈਸਾ ਬੇਟੇ ਨੇ ਮੇਰੇ ਘਰ ਦੇ ਵਿੱਚ ਜਨਮ ਲੈ ਲਿਆ ਹੈ, ਸ਼ੁਦਾਈ ਹੈ। ਪਿਤਾ ਖੁਦ ਗੁਰੂ ਨਾਨਕ ਦੇ ਥੱਪੜ ਮਾਰਦਾ ਹੈ। ਬੇਦੀ ਕੁਲ ਦੇ ਲੋਕ ਖੁਦ ਕੁਰਾਈਆ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਨੇ। ਬਨਾਰਸ ਦੇ ਵਾਸੀ ਭਗਤ ਕਬੀਰ ਨੂੰ ਪਾਗਲ ਕਹਿੰਦੇ ਹਨ। ਇਹ ਤੇ ਦੁਨੀਆ ਦੇ ਵਿੱਚ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜੇਲ੍ਹ ਦੇ ਵਿੱਚ ਪਾਇਆ ਗਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਤਤੀ ਤਵੀ 'ਤੇ ਬਿਠਾਇਆ ਗਿਆ। ਦਿੱਲੀ ਚਾਂਦਨੀ ਚੌਂਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। 7 ਤੇ 9 ਸਾਲਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੀਹਾਂ ਦੇ ਵਿੱਚ ਚਿਣੇ ਗਏ। ਸਮਾਜ ਨੇ ਪ੍ਰਵਾਨ ਨਹੀਂ ਕੀਤੇ। ਜਦ ਸਮਾਜ ਠੁਕਰਾ ਦੇਵੇ, ਮਨਸੂਰ ਨੂੰ ਸੂਲੀ 'ਤੇ ਚੜਾ ਦਿੱਤਾ ਹੈ। ਸਮਾਜ ਠੁਕਰਾ ਦੇਵੇ ਤਾਂ ਸਮਝ ਲੈਣਾ ਕਿ ਇਹ ਪਰਮਾਤਮਾ ਦੇ ਦੱਸੇ ਹੋਏ ਸਹੀ ਮਾਰਗ 'ਤੇ ਚੱਲ ਰਿਹਾ ਹੈ। ਔਰ ਜਿੰਨਾ ਟਾਈਮ ਸਮਾਜ ਪੂਜਾ ਕਰ ਰਿਹਾ ਤਾਂ ਸਮਝ ਲੈਣਾ ਕਿ ਮਨੁੱਖ ਸਮਾਜ ਕੀ ਹੈ, ਹਜੇ ਤੱਕ ਪਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਿਆ। ਕਿਉਂਕਿ ਜਿੰਨੇ ਵੀ ਚੱਲੇ ਨੇ, ਜਿਨ੍ਹਾਂ ਨੇ ਵੀ ਵੱਡੇ ਵੱਡੇ ਇਤਿਹਾਸ ਰਚੇ ਹਨ, ਵੱਡੇ ਵੱਡੇ ਇਤਿਹਾਸ ਰਚੇ ਨੇ, ਸਮਾਜ ਨੇ ਠੁਕਰਾ ਦਿੱਤੇ ਸਨ। ਸਭ ਠੁਕਰਾਏ ਨੇ। ਸਭ ਵਾਸਤੇ ਧਾਰਮਿਕ ਸਥਾਨਾਂ ਦੇ, ਮੰਦਰਾਂ ਦੇ ਦਰਵਾਜ਼ੇ ਸੀ ਜਿਹੜੇ, ਉਹ ਸਭ ਦੇ ਸਭ ਬੰਦ ਕਰ ਦਿੱਤੇ ਗਏ ਸੀ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਸੁਣਾਉਣ ਲੱਗਿਆਂ ਧਿਆਨ
ਦੂਜੇ 'ਤੇ ਰੱਖਣਾ ਪੈਂਦਾ ਹੈ, ਸੁਣਨ ਲੱਗਿਆਂ ਧਿਆਨ ਆਪਣੇ 'ਤੇ ਰੱਖਣਾ ਪੈਂਦਾ ਹੈ। ਤੋ ਬਾਤ ਉਦੋਂ ਹੀ ਬਣਦੀ ਹੈ ਜਦ ਮਨੁੱਖ ਦਾ ਧਿਆਨ ਆਪਣੇ ਆਪ 'ਤੇ ਹੋਵੇ। ਤੋ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਵੱਡੇ ਕਰਮਾਂ ਵਾਲੇ ਮਨੁੱਖ ਨੇ, ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਨੂੰ ਸੁਣਦੇ ਨੇ, ਗੁਰਬਾਣੀ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੁੰਦੇ ਨੇ। ਅਤੇ ਕਿਤੇ ਇਹ ਵੀ ਨਾ ਹੋਵੇ ਕਿ ਸਾਰੀ ਜ਼ਿੰਦਗੀ ਸੁਣਦੇ ਸੁਣਦਿਆਂ ਦੀ ਲੰਘ ਜਾਵੇ, ਅਮਲ ਦੇ ਵਿੱਚ ਵੀ ਲੈ ਕੇ ਆਉਣਾ ਉਸ ਨੂੰ, ਸਾਰੀ ਜ਼ਿੰਦਗੀ ਸੁਣਦੇ ਸੁਣਦਿਆਂ ਦੀ। ਕਿਉਂਕਿ ਸੁਣਦੇ ਆ ਰਹੇ ਹਾਂ ਲੰਮੇ ਟਾਈਮ ਤੋਂ ਲੈ ਕੇ, ਸਤਿਗੁਰੂ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਨੂੰ ਸੁਣਦੇ ਆ ਰਹੇ ਹਾਂ, ਸੁਣਦੇ ਹਜੇ ਲੰਮਾ ਟਾਈਮ ਹੋ ਗਿਆ। ਬਹੁਤੇ ਮਨੁੱਖ ਤਾਂ ਐਸੇ ਨੇ ਜਿਹੜੇ 40-40, 50-50 ਸਾਲ ਵੀ ਗੁਰਬਾਣੀ ਨੂੰ ਸੁਣ ਕੇ ਫਿਰ ਵੀ ਪੱਥਰਾਂ ਦੀ ਪੂਜਾ ਕਰਦੇ ਰਹਿੰਦੇ ਨੇ, ਔਰ ਪੱਥਰਾਂ ਨੂੰ ਸਾਫ਼ ਕਰਦੇ ਕਰਦੇ, ਪੱਥਰਾਂ ਦੀ ਪੂਜਾ ਕਰਦੇ ਕਰਦੇ ਐਸਾ ਪੱਥਰ ਦਿਲ ਉਹਨਾਂ ਦਾ ਬਣ ਗਿਆ ਕਿ ਹੁਣ ਢਲਣ ਵਾਸਤੇ ਤਿਆਰ ਨਹੀਂ ਹੈ। ਸਾਰੀ ਜ਼ਿੰਦਗੀ ਲੰਘ ਗਈ ਹੈ, ਪੱਥਰ ਪੂਜਦਿਆਂ ਤੀ ਤੋਂ ਪੱਥਰ ਜੈਸੇ ਬਣ ਗਏ ਨੇ, ਨਹੀਂ ਢਲਣਗੇ ਹੁਣ। ਸਤਿਗੁਰੂ ਮਹਾਰਾਜ ਜੀਆਂ ਦੀ ਜਿਹੜੀ ਪਵਿੱਤਰ ਗੁਰਬਾਣੀ ਹੈ, ਇਹ ਮਨੁੱਖ ਨੂੰ ਕਦਮ ਚੁੱਕਣ ਤੋਂ ਪਹਿਲਾਂ ਸਮਝਾਉਂਦੀ ਹੈ। ਬਾਪ ਉਹੀ ਸਿਆਣਾ ਹੈ ਜਿਹੜਾ ਆਪਣੇ ਬੱਚੇ ਨੂੰ ਗਲਤ ਕਦਮ ਚੁੱਕਣ ਤੋਂ ਪਹਿਲਾਂ ਰੋਕ ਲਵੇ। ਜਦ ਗਲਤ ਕਦਮ ਚੁੱਕ ਹੀ ਲਿਆ ਤਾਂ ਇੱਕ ਗਲਤ ਕਦਮ ਚੁੱਕਿਆ ਹੋਇਆ ਬੱਚੇ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ, ਮਗਰ ਬਾਪ ਵੀ ਆਪਣੀ ਜ਼ਿੰਦਗੀ ਉਹਦੀ ਬਰਬਾਦ ਕਰ ਲੈਂਦਾ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਦਮ ਚੁੱਕਣ ਤੋਂ ਮਨੁੱਖ ਨੂੰ ਪਹਿਲਾਂ ਸਮਝਾਉਂਦੇ ਨੇ। ਠੋਕਰ ਖਾ ਕੇ ਤੇ ਹਰ ਕੋਈ ਸਿਆਣਾ ਬਣ ਜਾਂਦਾ ਹੈ, ਗੁਰੂ ਨਾਨਕ ਦਾ ਘਰ ਐਸਾ ਹੈ ਮਨੁੱਖ ਨੂੰ ਠੋਕਰਾਂ ਖਾਣ ਹੀ ਨਹੀਂ ਦਿੰਦਾ, ਪਹਿਲੇ ਹੀ ਰੋਕ ਲੈਂਦਾ ਹੈ। ਸੋ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਅਕਾਲ ਪੁਰਖ ਮਹਾਰਾਜ ਜੀਆਂ ਨੇ ਰਹਿਮਤ ਕੀਤੀ, ਸਾਰੀਆਂ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।